ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਾਗਰ ਅਗਮ ਅਥਾਹੁ ਮਥ, 14 ਰਤਨ ਅਮੋਲ ਕਢਾਏ। ਸਸਿਅਰ ਸਾਰੰਗ ਧਨੁਖ ਮਦ, ਕੌਸਤਕ ਲਛ ਧਨੰਤਰ ਪਾਏ। ਆਰੰਭਾ ਕਾਮ ਧੇਣ ਲੈ, ਪਾਰਜਾਤ ਅਸਵ ਅਮਿਓ ਪੀ ਆਏ। ਐਰਾਪਤ ਗਜ ਸੰਖ ਬਿਖ, ਦੇਵ ਦਾਨਵ ਮਿਲ ਵੰਡ ਦਿਵਾਏ। ਮਾਣਕ ਮੋਤੀ ਹੀਰਿਆਂ, ਬਹੁ ਮੁੱਲੇ ਸਭ ਕੋ ਵਰਸਾਏ। ਸੰਖ ਸਮੁੰਦਰਹੁ ਸਖਣਾ, ਤਾਹਾਂ ਦੇ ਦੇ ਰੋਏ ਸੁਣਾਏ। ਸਾਧ ਸੰਗਤ ਗੁਰ ਸ਼ਬਦ ਸੁਣ, ਗੁਰ ਉਪਦੇਸ ਨ ਹਿਰਦੈ ਵਸਾਏ। ਨਿਹਫਲ ਅਹਲਾ ਜਨਮ ਗਵਾਏ। ਸਾਧ ਸੰਗਤ ਗੁਰ ਸ਼ਬਦ ਸੁਣ, ਗੁਰ ਉਪਦੇਸ ਨ ਹਿਰਦੈ ਵਸਾਏ। ਨਿਹਫਲ ਅਹਲਾ ਜਨਮ ਗਵਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ, ਕਰੁਣਾ ਨਿਧਾਨ ਦੀਨਾ ਬੰਧੂ ਜੋਤੀ ਸਵੈਰੂਪ। ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰਗੱਦੀ ਤੇ ਬਿਰਾਜਮਾਨ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬਉਰਾਨੰ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਸਜੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੀ ਸਤਿਗੁਰੂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਨੇਤਾ ਪ੍ਰਤੀ ਸਤਿਗੁਰੂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਦੇ ਹੋ। ਸਤਿਗੁਰੂ ਦੀ ਕਿਰਪਾ ਦਾ ਸਦਕਾ ਅੱਜ 17ਵੀਂ ਵਾਰ ਆਰੰਭ ਹੋਈ ਹੈ। ਪਹਿਲੀ ਪੌੜੀ ਦਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ। ਭਾਈ ਗੁਰਦਾਸ ਸਾਹਿਬ ਜੀ ਨੂੰ ਗੁਰਸਿੱਖਾਂ ਨੇ ਮਿਲ ਕੇ ਬੇਨਤੀ ਕੀਤੀ, ਭਾਈ ਗੁਰਦਾਸ ਜੀ, ਅਸੀਂ ਬਹੁਤ ਸਾਰੇ ਲੋਕਾਂ ਨੂੰ ਵੇਖਦੇ ਹਾਂ ਜਿਨ੍ਹਾਂ ਦਾ ਜੀਵਨ ਦਾ ਬਹੁਤਾ ਹਿੱਸਾ ਧਰਮ ਅਸਥਾਨਾਂ 'ਤੇ ਜਾਂਦਿਆਂ ਬਤੀਤ ਹੁੰਦਾ ਹੈ, ਪਰ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਆਉਂਦਾ। ਉਸੇ ਤਰ੍ਹਾਂ ਉਹ ਵਿਕਾਰੀ ਰਹਿੰਦੇ ਹੈ,
ਝਗੜਾਲੂ, ਕ੍ਰੋਧੀ ਰਹਿੰਦੇ ਹੈ। ਇਹਦਾ ਅਸਲ ਕਾਰਨ ਕੀ ਹੈ? ਭਾਈ ਗੁਰਦਾਸ ਸਾਹਿਬ ਜੀ ਨੇ ਗੁਰਸਿੱਖਾਂ ਦੇ ਇਸ ਸਵਾਲ ਦਾ ਜਵਾਬ ਦਿੱਤਾ। ਗੁਰਸਿੱਖੋ, ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਾਂਗੇ ਤਾਂ ਬਾਣੀ ਪੜ੍ਹਦਿਆਂ ਸਾਨੂੰ ਇਹ ਸੇਧ ਮਿਲਦੀ ਹੈ, ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਧਰਮ ਸਥਾਨਾਂ 'ਤੇ ਆਉਂਦੇ ਜਾਂਦੇ ਰਹਿਣਾ ਹੀ ਕਾਫੀ ਨਹੀਂ ਹੈ, ਬਲਕਿ ਜੋ ਉਪਦੇਸ਼ ਦਿੱਤਾ ਹੈ ਉੱਥੇ, ਜੋ ਸਿੱਖਿਆ ਦਿੱਤੀ ਹੈ, ਉਹਦੇ ਮੁਤਾਬਕ ਚੱਲ ਕੇ ਹੀ ਜੀਵਨ ਦੇ ਵਿੱਚ ਬਦਲਾਵ ਲਿਆਇਆ ਜਾ ਸਕਦਾ ਹੈ। ਜਦੋਂ ਤੱਕ ਉਪਦੇਸ਼ ਨੂੰ, ਸਿੱਖਿਆ ਨੂੰ ਹਿਰਦੇ ਵਿੱਚ ਧਾਰਨ ਕਰਕੇ ਉਹਦੇ ਮੁਤਾਬਕ ਚੱਲਿਆ ਨਹੀਂ ਜਾਂਦਾ, ਤਦ ਤੱਕ ਬੰਦੇ ਦੇ ਜੀਵਨ ਵਿੱਚ ਕੋਈ ਵੀ ਬਦਲਾਵ ਨਹੀਂ ਆਉਂਦਾ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਤਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਸੋਢੀ ਸੁਲਤਾਨ ਪਾਤਸ਼ਾਹ ਧਨਾਸਰੀ ਰਾਗ ਦੇ ਵਿੱਚ ਬਚਨ ਕਰਦੇ ਹੈ, ਸੇਵਕ ਸਿੱਖ ਪੂਜਣ ਸਭ ਆਵਹਿ, ਸਭ ਗਾਵਹਿ ਹਰ ਹਰ ਊਤਮ ਬਾਣੀ। ਮਹਾਰਾਜ ਕਹਿੰਦੇ ਨੇ ਜਿੰਨੇ ਸਿੱਖ ਸੇਵਕ ਹਨ ਸਾਰੇ ਸਤਿਗੁਰੂ ਦੇ ਦਰ 'ਤੇ ਆਉਂਦੇ ਹੈ, ਗੁਰੂ ਦੀ ਪੂਜਾ ਸੇਵਾ ਭਗਤੀ ਕਰਨ ਆਉਂਦੇ ਹੈ, ਅਤੇ ਸਾਰੇ ਹੀ ਗੁਰੂ ਦੀ ਸ਼ਰਨ ਵਿੱਚ ਆ ਕੇ ਸਤਿਗੁਰੂ ਦੀ ਉਚਾਰਨ ਕੀਤੀ ਹੋਈ ਉੱਤਮ ਬਾਣੀ ਨੂੰ ਗਾਉਂਦੇ ਹੈ। ਪਰ ਇਕੱਲਾ ਬਾਣੀ ਨੂੰ ਗਾ ਲੈਣਾ, ਬਾਣੀ ਪੜ੍ਹ ਲੈਣੀ ਜਾਂ ਇਹਦੇ ਅਰਥ ਕਰ ਲੈਣੇ ਕਾਫੀ ਨਹੀਂ, ਕੀਰਤਨ ਕਰ ਲੈਣਾ ਹੀ ਕਾਫੀ ਨਹੀਂ। ਗਾਵਿਆ ਸੁਣਿਆ ਤਿਨ ਕਾ ਹਰ ਥਾਂਇ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਪਰਮਾਤਮਾ ਉਹਨਾਂ ਦਾ ਹੀ ਗਾਵਿਆ ਸੁਣਿਆ ਥਾਂਇ ਪਾਉਂਦਾ ਹੈ ਜਿਨ੍ਹਾਂ ਨੇ ਸਤਿਗੁਰੂ ਦੀ ਆਗਿਆ ਸਤ ਸਤ ਕਹਿ ਕੇ ਮੰਨ ਲਈ। ਸੋ ਇੱਥੋਂ ਮਹਾਰਾਜ ਗੁਰੂ ਰਾਮਦਾਸ ਦੇ ਬਚਨਾਂ ਤੋਂ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਗੁਰਬਾਣੀ ਨੂੰ, ਪਹਿਲੀ ਗੱਲ ਹੈ ਗੁਰਬਾਣੀ ਜਿੱਥੇ ਗਾਈ ਜਾਂਦੀ ਹੈ ਸਤ ਸੰਗਤ, ਉੱਥੇ ਆਉਣਾ, ਫਿਰ ਬਾਣੀ ਨੂੰ ਸੁਣਨਾ ਸਮਝਣਾ, ਪਰ ਇੱਥੇ ਹੀ ਰੁਕ ਜਾਣਾ ਨਹੀਂ ਹੈ। ਗੁਰਬਾਣੀ ਦੇ ਬਚਨਾਂ ਦੇ ਉੱਤੇ ਅਮਲ ਵੀ ਕਰਨਾ ਹੈ। ਜੇ ਬਾਣੀ ਮੁਤਾਬਕ ਚੱਲੇ ਨਾ, ਸਿੱਖਿਆ ਨਾ ਧਾਰਨ ਕੀਤੀ, ਅਮਲ ਹੀ ਨਾ ਕੀਤਾ, ਫਿਰ ਕੋਈ ਬਹੁਤਾ ਲਾਭ ਨਹੀਂ ਹੈ। ਇਸ ਲਈ ਰੱਬ ਉਹਨਾਂ ਦਾ ਹੀ ਗਾਵਿਆ ਸੁਣਿਆ ਥਾਂਇ ਪਾਉਂਦਾ ਹੈ ਜਿਹੜੇ ਗੁਰੂ ਦੀ ਆਗਿਆ ਮੰਨਦੇ ਆ, ਗੁਰੂ ਦਾ ਬਚਨ ਮੰਨਦੇ ਹੈ। ਸਤਿਗੁਰੂ ਨੇ ਵਾਰ-ਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਇਹ ਉਪਦੇਸ਼ ਦਿੱਤਾ ਹੈ ਕਿ ਜਿਹੜੇ ਮਨਮੁਖ ਲੋਕ ਹੁੰਦੇ ਹੈ ਨਾ, ਇਹ ਨਹੀਂ ਕਿ ਉਹ ਧਰਮ ਸਥਾਨ 'ਤੇ ਨਹੀਂ ਆਉਂਦੇ, ਗੁਰੂ ਦੇ ਕੋਲ ਨਹੀਂ ਆਉਂਦੇ, ਆਉਂਦੇ ਨੇ ਮਨਮੁਖ ਵੀ ਗੁਰੂ ਦੇ ਕੋਲ, ਗੁਰੂ ਦਾ ਉਪਦੇਸ਼ ਵੀ ਸੁਣਦੇ ਹੈ, ਬਾਣੀ ਵੀ ਸੁਣਦੇ ਹੈ, ਪਰ ਧਾਰਨ ਨਹੀਂ ਕਰਦੇ, ਕਮਾਈ ਨਹੀਂ ਕਰਦੇ। ਅਤੇ ਉਹ ਉਸ ਵਾਂਸ ਵਰਗੇ ਹੁੰਦੇ ਹੈ ਜਿਹੜਾ ਵਾਂਸ ਚੰਦਨ ਦੇ ਕੋਲ ਰਹਿੰਦਾ ਹੋਇਆ ਵੀ
ਚੰਦਨ ਦੀ ਸੁਗੰਧੀ ਨੂੰ ਪ੍ਰਾਪਤ ਨਹੀਂ ਕਰ ਪਾਉਂਦਾ। ਕਬੀਰ ਬਾਂਸ ਵਡਾਈ ਬੂਡਿਆ, ਇਉਂ ਮਤ ਡੂਬਹੁ ਕੋਏ। ਚੰਦਨ ਕੈ ਨਿਕਟੈ ਵਸੈ, ਬਾਂਸ ਸੁਗੰਧ ਨਾ ਹੋਏ। ਗੁਰੂ ਦੇ ਨੇੜੇ ਵਸ ਕੇ ਵੀ ਲਾਭ ਨਹੀਂ ਪ੍ਰਾਪਤ ਕਰ ਸਕਦੇ। ਕੋਈ ਉਹਨਾਂ ਦੇ ਜੀਵਨ ਵਿੱਚ ਬਦਲਾਅ ਨਹੀਂ ਆਉਂਦਾ। ਲੰਮਾ ਸਮਾਂ ਹੋ ਗਿਆ ਉਹਨਾਂ ਨੂੰ ਆਉਂਦਿਆਂ ਹੋਇਆਂ, ਪਰ ਤਬਦੀਲੀ ਕੋਈ ਨਹੀਂ ਆਈ, ਕਿਉਂਕਿ ਹੈ ਹੀ ਉਹ ਬਾਂਸ ਵਰਗੇ। ਸੋ ਇੱਥੇ ਸਤ ਸੰਗਤ ਦੇ ਵਿੱਚ ਆ ਕੇ ਸਤਿਗੁਰੂ ਜੀ ਕਹਿੰਦੇ ਆ, ਤੂੰ ਗੁਣਾਂ ਨੂੰ ਧਾਰਨ ਕਰ। ਜੋ ਸਤਿਗੁਰੂ ਦਾ ਉਪਦੇਸ਼ ਹੈ ਉਹਨੂੰ ਹਿਰਦੇ ਵਿੱਚ ਵਸਾ। ਧੰਨ ਗੁਰੂ ਅਰਜਨ ਦੇਵ ਜੀ ਦਾ ਬਚਨ ਆਪਾਂ ਸਾਰੇ ਸੁਖਮਨੀ ਸਾਹਿਬ ਵਿੱਚ ਪੜ੍ਹਦੇ ਹਾਂ। ਸੁਨ ਉਪਦੇਸ਼ ਹਿਰਦੈ ਬਸਾਵਹੁ, ਮਨ ਇੱਛੇ ਸਗਲੇ ਫਲ ਪਾਵਹੁ। ਮਹਾਰਾਜ ਕਹਿੰਦੇ ਗੁਰੂ ਦਾ ਉਪਦੇਸ਼ ਸੁਣ ਕੇ ਉਹਨੂੰ ਹਿਰਦੇ 'ਚ ਵਸਾ, ਉਹਦੇ ਮੁਤਾਬਕ ਚੱਲ, ਤੇ ਫਿਰ ਕੀ ਹੋਵੇਗਾ? ਮਨ ਇੱਛੇ ਸਗਲੇ ਫਲ ਪਾਵਹੁ। ਤੂੰ ਮਨ ਇੱਛਤ ਸਾਰੇ ਹੀ ਫਲ ਪ੍ਰਾਪਤ ਕਰ ਲਵੇਂਗਾ। ਤੇਰੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਹੋ ਜਾਣਗੀਆਂ, ਕਿਉਂਕਿ ਉਦੋਂ ਫਿਰ ਜਦੋਂ ਗੁਰੂ ਦਾ ਉਪਦੇਸ਼ ਹਿਰਦੇ 'ਚ ਵਸ ਜਾਂਦਾ ਨਾ, ਉਦੋਂ ਫਿਰ ਮਨ ਗਲਤ ਨਹੀਂ ਸੋਚਦਾ। ਉਦੋਂ ਇੱਛਾ ਹੀ ਸ਼ੁਭ ਪੈਦਾ ਹੁੰਦੀ ਹੈ ਹਿਰਦੇ ਵਿੱਚ। ਭੈੜੀ ਇੱਛਾ ਤਾਂ ਪੈਦਾ ਹੀ ਨਹੀਂ ਹੁੰਦੀ। ਚੰਗਾ ਹੀ ਹੋਵੇ ਇਹੀ ਮਨ ਵਿੱਚ ਪੈਦਾ ਹੁੰਦਾ ਹੈ। ਸੋ ਉਹਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ, ਅਤੇ ਜਿਹੜੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਪਵਿੱਤਰ ਹੋ ਗਏ, ਉਹ ਫਿਰ ਰੱਬ ਦੇ ਪਿਆਰ ਦੇ ਵਿੱਚ ਸਦਾ ਉਹਦੇ ਗੁਣ ਗਾਉਂਦੇ ਹੈ। ਸੁਨ ਉਪਦੇਸ਼ ਭਏ ਮਨ ਨਿਰਮਲ, ਗੁਣ ਗਾਏ ਰੰਗ ਰਾਂਗੀ। ਉਹ ਪ੍ਰੇਮ ਵਿੱਚ ਰੰਗੇ ਹੋਏ ਰੱਬ ਦੇ ਗੁਣ ਗਾਉਂਦੇ ਹੈ, ਕਿਉਂਕਿ ਅਮਲ ਵੀ ਕਰਦੇ ਹੈ ਨਾ। ਸਤਿਗੁਰੂ ਕਹਿੰਦੀ ਨਾਮ ਜਪੋ, ਸ਼ੁਭ ਕਾਰਜ ਕਰੋ, ਜੀਵਨ ਦਾ ਆਚਰਣ ਉੱਚਾ ਰੱਖੋ, ਉਹ ਕਮਾਈ ਕਰਦੇ। ਗੁਰਬਾਣੀ ਦੀ ਸਿੱਖਿਆ ਦੇ ਅਨੁਸਾਰ ਚੱਲਣਾ ਕਰਦੇ ਹੈ, ਔਰ ਤਾਂ ਹੀ ਉਹਨਾਂ ਦੇ ਜੀਵਨ ਵਿੱਚ ਵੱਡੀ ਤਬਦੀਲੀ ਆਉਂਦੀ ਹੈ। ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰ ਉਪਕਾਰੀਆ ਜੀਓ। ਗੁਰੂ ਤਾਂ ਸਦਾ ਪਰ ਉਪਕਾਰ ਕਰਦਾ ਹੈ, ਸਦਾ ਸਿੱਖਿਆ ਦਿੰਦਾ ਹੈ। ਪਰ ਇਹ ਤਾਂ ਹੁਣ ਸਿੱਖ ਨੇ ਗੁਰੂ ਦੀ ਸਿੱਖਿਆ ਧਾਰਨ ਕਰਨੀ ਹੈ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮਹਿ ਚੂਕ। ਅੰਧੇ ਏਕ ਨਾ ਲਾਗਈ, ਜਿਉ ਬਾਂਸ ਬਜਾਈਐ ਫੂਕ। ਗੁਰੂ ਦਾ ਤਾਂ ਕੋਈ ਦੋਸ਼ ਨਹੀਂ ਹੈ। ਪ੍ਰਿਥੀ ਚੰਦ ਸਾਰੀ ਉਮਰ ਹੁਣ ਗੁਰੂ ਦਾ ਪੁੱਤਰ ਹੀ ਸੀ। ਧੰਨ ਗੁਰੂ ਰਾਮਦਾਸ ਜੀ ਦਾ ਮਹਾਰਾਜ ਦੇ ਕੋਲ ਰਿਹਾ, ਪਰ ਉਪਦੇਸ਼ ਧਾਰਨ ਨਹੀਂ ਕੀਤਾ। ਗੁਰੂ ਤੋਂ ਬੇਮੁਖ ਬਣਿਆ ਰਿਹਾ। ਧੀਰਮਲ ਵਰਗੇ ਗੁਰਿਆਈ ਦੇ ਲਾਲਚ ਵਿੱਚ ਗੁਰੂ ਦੇ ਉੱਤੇ ਹਮਲਾ ਕਰਦੇ ਹੈ। ਗੁਰਬਾਣੀ ਨੂੰ ਗਾਉਣ ਸੁਣਨ ਤੱਕ ਹੀ ਨਹੀਂ ਰਹਿ ਜਾਣਾ, ਇਹਦੇ ਤੋਂ ਅਗਲਾ ਕਦਮ ਵਧਾਉਣਾ ਹੈ। ਫਿਰ ਗੁਰਬਾਣੀ ਦੇ ਉਪਦੇਸ਼ ਨੂੰ ਜੀਵਨ ਵਿੱਚ ਧਾਰਨ ਕਰਨਾ ਹੈ, ਉਹਦੀ ਕਮਾਈ ਕਰਨੀ ਹੈ। ਅੱਜ ਆਪਾਂ ਵੇਖਦੇ ਹਾਂ ਗੁਰਬਾਣੀ ਬਹੁਤ ਪੜ੍ਹੀ ਜਾਂਦੀ ਹੈ, ਬਹੁਤੇ ਸੁਣਦੇ ਹੈ, ਬੜੀ ਚੰਗੀ ਗੱਲ ਹੈ। ਪਰ ਜਦੋਂ ਬਾਣੀ ਦੇ ਅਨੁਸਾਰ ਚੱਲਣ ਦੀ ਗੱਲ ਆਉਂਦੀ ਹੈ, ਉਦੋਂ ਕੋਈ ਨਜ਼ਰ ਨਹੀਂ ਆਉਂਦਾ, ਉਦੋਂ ਦਿਸਦਾ ਹੀ ਨਹੀਂ। ਜਦੋਂ ਕਿਤੇ ਧੀਆਂ ਪੁੱਤਾਂ ਦੇ ਵਿਆਹ ਹੁੰਦੇ, ਉਦੋਂ ਪਤਾ ਲੱਗਦਾ ਵੀ ਉਹ ਇਹ ਗਾਤਰਿਆਂ ਵਾਲੇ ਵੀ ਸ਼ਰਾਬਾਂ ਦੀਆਂ ਬੋਤਲਾਂ ਫੜ ਵਰਤਾਉਂਦੇ। ਕਿੱਥੇ ਰਹਿ ਗਿਆ ਉਪਦੇਸ਼ ਦੀ ਕਮਾਈ? ਨਹੀਂ ਨਾ ਰਹਿ ਗਈ। ਘਾਟ ਇਸੇ ਗੱਲ ਦੀ ਹੈ, 18ਵੀਂ ਸਦੀ ਦਾ ਕਦੇ ਇਤਿਹਾਸ ਪੜ੍ਹਿਓ, ਨਾ ਇੰਨੀਆਂ ਲਾਇਬ੍ਰੇਰੀਆਂ ਸਨ, ਨਾ ਕੋਈ ਪ੍ਰਚਾਰ ਦਾ ਸਾਧਨ ਸੀ, ਕੁਛ ਨਹੀਂ ਸੀ ਇੰਨਾ। ਟਾਵੇਂ ਸਿੱਖ ਘਰਾਂ ਵਿੱਚ ਰਹਿੰਦੇ ਸੀ, ਟਾਵੇਂ ਜੰਗਲਾਂ 'ਚ ਰਹਿੰਦੇ ਸੀ। ਸਿੱਖੀ ਕਾਇਮ ਸੀ, ਸਿੱਖੀ ਸਿਦਕ ਕਮਾਇਆ ਕਿਵੇਂ ਉਹਨਾਂ ਨੇ? ਬੰਦ ਕੱਟੇ ਗਏ,
ਚਰਖੜੀਆਂ 'ਤੇ ਚਾੜੇ ਗਏ, ਆਰਿਆਂ ਨਾਲ ਚੀਰੇ ਗਏ, ਪਰ ਸਿੱਖੀ ਪੂਰੀ ਦ੍ਰਿੜ ਸੀ ਉਹਨਾਂ ਦੇ, ਪੱਕੇ ਸੀ ਸਿੱਖੀ ਦੇ ਵਿੱਚ। ਘਰ ਕੱਚੇ ਸੀ, ਇਰਾਦੇ ਪੱਕੇ ਸੀ, ਪਰ ਅੱਜ ਅਮਲ ਨਹੀਂ ਹੈ। ਬਾਣੀ ਪੜ੍ਹਦੇ ਵੀ ਆ, ਨਿਤਨੇਮ ਵੀ ਕਰਦੇ ਹੈ, ਉਹ ਬੰਦੇ ਨਿਤਨੇਮੀ ਵੀ ਨੇ, ਪਰ ਅਸਲ ਪਤਾ ਉਦੋਂ ਲੱਗਦਾ ਹੈ ਜਦੋਂ ਘਰਾਂ ਦੇ ਵਿੱਚ ਸਮਾਗਮ ਐਸੇ ਹੁੰਦੇ ਕਿ ਹੁਣ ਇਹਦਾ ਪਤਾ ਲੱਗੇਗਾ ਕਿੱਥੇ ਕਿ ਖਲੋਤਾ ਹੈ। ਹੁਣ ਗੁਰੂ ਦੇ ਆਖੇ ਲੱਗਦਾ ਹੈ ਕਿ ਲੋਕਾਂ ਦੇ ਆਖੇ ਲੱਗਦਾ ਹੈ, ਪਰ ਉੱਥੇ ਫਿਰ ਗੁਰੂ ਨੂੰ ਪਿੱਛੇ ਛੱਡ ਦਿੰਦਾ। ਅਤੇ ਬਾਬਾ ਕਬੀਰ ਜੀ ਕਹਿੰਦੇ, ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਵੀ ਧਰਮ ਛੱਡ ਦਿੱਤਾ ਦੁਨੀਆ ਦੇ ਪਿੱਛੇ ਲੱਗ ਕੇ, ਪਰ ਦੁਨੀਆ ਨਾਲ ਨਹੀਂ ਜਾਂਦੀ, ਬਾਂਹ ਤੇ ਅਖੀਰ 'ਚ ਗੁਰੂ ਨੇ ਹੀ ਫੜਨੀ ਹੈ ਨਾ, ਗੁਰੂ ਹੀ ਸਹਾਈ ਹੋਵੇਗਾ। ਪਹਿਲਾਂ ਪੜ੍ਹਿਆ ਕਰਦੇ ਸੀ, ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਅਤੇ ਜੱਗ ਭਾਵੇਂ ਸਾਰਾ ਰੁੱਸ ਜੇ। ਅੱਜ ਕਿੱਥੇ ਹੈ? ਕੌਣ? ਜੇ ਕੋਈ ਇੱਕ ਅੱਧਾ ਪੜ੍ਹਦਾ ਵੀ ਹੈ ਤੇ ਉਹ ਕਹਿੰਦਾ ਦੁਨੀਆ ਨਾ ਰੁੱਸੇ, ਕਲਗੀਆਂ ਵਾਲੇ ਦੀ ਕੋਈ ਗੱਲ ਨਹੀਂ, ਉਹਨੂੰ ਬਾਅਦ 'ਚ ਮਨਾ ਲਵਾਂਗੇ, ਮਿੰਨਤਾਂ ਕਰ ਲਵਾਂਗੇ ਗੁਰੂ ਦੀਆਂ। ਹਾਂ, ਗੁਰੂ ਤਾਂ ਹੈ, ਕਿਰਪਾਲੂ ਬਖਸ਼ਿੰਦ ਹੈ, ਪਰ ਅਸੀਂ ਢੀਠ ਹੋ ਗਏ ਹਾਂ। ਐਸੇ ਢੀਠ ਹੋਏ, ਗੁਰੂ ਸਾਹਿਬ ਦੀ ਕੁਰਬਾਨੀ ਨੂੰ ਭੁਲਾ ਦਿੱਤਾ। ਗੁਰਬਾਣੀ ਨੂੰ ਅਮਲ ਵਿੱਚ ਨਹੀਂ ਲਿਆਉਂਦਾ ਬੰਦਾ, ਅਤੇ ਜਦੋਂ ਤੱਕ ਇਹ ਅਮਲ ਨਹੀਂ ਕਰਦਾ ਉਦੋਂ ਤੱਕ ਇਹਦੇ ਤੋਂ ਲਾਭ ਨਹੀਂ ਪ੍ਰਾਪਤ ਕਰ ਸਕਦਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰੂ ਦੇ ਜੀਵਨ ਦੇ ਵਿੱਚ ਇੱਕ ਸਾਖੀ ਆਉਂਦੀ ਹੈ। ਕੁਝ ਗੁਰਸਿੱਖਾਂ ਨੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ, ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ, ਬਾਣੀ ਸੁਣਦੇ ਹਾਂ, ਸਾਡਾ ਭਲਾ ਹੋਵੇਗਾ। ਗੁਰੂ ਹਰਗੋਬਿੰਦ ਸਾਹਿਬ ਨੇ ਉੱਥੇ ਭਾਈ ਨਿਵਲਾ, ਭਾਈ ਨਿਹਾਲੂ, ਉਹਨਾਂ ਸਿੱਖਾਂ ਨੂੰ ਜੋ ਉਪਦੇਸ਼ ਦਿੱਤਾ, ਸ੍ਰੀ ਗੁਰਪ੍ਰਤਾਪ ਸੂਰਿਆ ਗ੍ਰੰਥ ਦੇ ਵਿੱਚ ਉਹ ਉਪਦੇਸ਼ ਅੰਕਿਤ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕਹੇ, ਪਾਠ ਕਰੇ ਹੋਏ ਪੁੰਨ ਮਹਾਨਾ, ਨਾਹਿਨ ਪ੍ਰਾਪਤ ਆਤਮ ਗਿਆਨਾ। ਮਹਾਰਾਜ ਕਹਿੰਦੇ ਪਾਠ ਕਰਨ ਦੇ ਨਾਲ ਬਹੁਤ ਪੁੰਨ ਪ੍ਰਾਪਤ ਹੁੰਦਾ ਹੈ, ਪਾਠ ਕਰਨਾ ਬੜੀ ਪੁੰਨ ਦੀ ਗੱਲ ਹੈ, ਪਰ ਇਕੱਲਾ ਪਾਠ ਕਰਨ ਦੇ ਨਾਲ ਆਤਮ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਫਿਰ ਜਬ ਵਿਚਾਰ ਕਰ ਹਿਰਦੈ ਬਸਾਵੈ, ਸਭ ਵਿਵਹਾਰਨ ਬਿਖੈ ਕਮਾਵੈ। ਪਾਠ ਕਰਨ ਤੋਂ ਉਪਰੰਤ ਜਦੋਂ ਗੁਰਬਾਣੀ ਨੂੰ ਵਿਚਾਰ ਕੇ ਹਿਰਦੇ ਵਿੱਚ ਵਸਾ ਲਵੇ ਅਤੇ ਸਾਰੇ ਕੰਮਾਂ ਕਾਰਾਂ ਵਿਹਾਰਾਂ ਦੇ ਵਿੱਚ ਕਮਾਈ ਕਰੇ। ਜੋ ਰੋਜ਼ਮਰਾ ਜੀਵਨ ਵਿੱਚ ਕੰਮ ਕਾਰ ਕਰਦਾ ਹੈ, ਤੁਰਦਾ ਫਿਰਦਾ ਹੈ, ਗੁਰਬਾਣੀ ਦੇ ਅਨੁਸਾਰ ਚੱਲੇ। ਜਬ ਵਿਚਾਰ ਕਰ ਹਿਰਦੈ ਬਸਾਵੈ, ਸਭ ਵਿਵਹਾਰਨ ਬਿਖੈ ਕਮਾਵੈ। ਗਿਆਨ ਪ੍ਰਕਾਸ਼ਹਿ ਆਨੰਦ ਪਾਵੈ, ਜਨਮ ਮਰਨ ਕਾ ਮੋਹ ਮਿਟਾਵੈ। ਮਹਾਰਾਜ ਕਹਿੰਦੇ ਫਿਰ ਗਿਆਨ ਦਾ ਪ੍ਰਕਾਸ਼ ਹੁੰਦਾ ਉਸ ਬੰਦੇ ਦੇ ਹਿਰਦੇ ਵਿੱਚ, ਉਹ ਆਨੰਦ ਪ੍ਰਾਪਤ ਕਰਦਾ ਹੈ ਅਤੇ ਜੰਮਣ ਮਰਨ ਦੇ ਮੋਹ ਦੁੱਖ ਇਤਿਆਦਿਕ ਸਾਰੇ ਹੀ ਦੂਰ ਕਰ ਲੈਂਦਾ ਹੈ, ਫਿਰ ਉਹਦਾ ਭਲਾ ਹੁੰਦਾ ਹੈ। ਇਸ ਲਈ ਗੁਰਬਾਣੀ ਦੇ ਅਨੁਸਾਰ ਚੱਲਣਾ ਬਹੁਤ ਜ਼ਰੂਰੀ ਹੈ। ਸਤਿਗੁਰੂ ਵਾਰ-ਵਾਰ ਸਾਨੂੰ ਬਾਣੀ ਵਿੱਚ ਇਹ ਉਪਦੇਸ਼ ਦਿੰਦੇ ਹੈ, ਉਪਦੇਸ਼ ਕਰਤ ਨਾਨਕ ਜਨ ਤੁਮ ਕੋ, ਜੋ ਸੁਨਹੁ ਤਉ ਜਾਏ ਸੰਤਾਪ। ਤਾਂ ਹੀ ਸੰਤਾਪ ਦੁੱਖ ਦੂਰ ਹੋਣੇ ਹੈ, ਉਪਦੇਸ਼ ਸੁਣ ਕੇ ਉਹਨੂੰ ਧਾਰਨ ਕਰਨਾ ਹੈ। ਸਤਿਗੁਰੂ ਦੀ ਪਵਿੱਤਰ ਬਾਣੀ ਸਾਡੇ ਜੀਵਨ ਦੇ ਵਿੱਚ ਤਬਦੀਲੀ ਲਿਆਉਂਦੀ ਹੈ ਜੇ ਬਾਣੀ ਦੇ ਮੁਤਾਬਕ ਚੱਲੀਏ। ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ,
ਸਿੱਖਾਂ ਨੇ ਕੰਨਾਂ ਨਾਲ ਉਪਦੇਸ਼ ਸੁਣਿਆ ਅਤੇ ਫਿਰ ਕਮਾਇਆ ਹੈ। ਸੋ ਇਸ ਲਈ ਮਹਾਰਾਜ ਜੀ ਕਹਿੰਦੇ ਜਿਹੜੇ ਉਪਦੇਸ਼ ਸੁਣ ਕੇ ਮੰਨ ਲੈਂਦੇ ਹੈ ਉਹਨਾਂ ਦੀਆਂ ਜਨਮਾਂ ਜਨਮਾਂਤਰਾਂ ਦੀਆਂ ਫਿਰ ਭੁੱਖਾਂ ਦੂਰ ਹੋ ਜਾਂਦੀਆਂ ਨੇ। ਜਿਨ ਸੁਣ ਸਿੱਖਾ ਗੁਰ ਮੰਨਿਆ ਤਿਨਾ ਭੁੱਖ ਸਭ ਜਾਵੀ। ਜਿਹਨੇ ਸਿੱਖਿਆ ਸੁਣ ਕੇ ਮੰਨ ਲਈ ਉਹਦੀ ਸਾਰੀ ਭੁੱਖ ਦੂਰ ਹੋ ਗਈ, ਕਿਉਂਕਿ ਉਹਦੇ ਅੰਦਰ ਸੰਤੋਖ ਦਾ ਵੱਡਾ ਗੁਣ ਆ ਜਾਂਦਾ। ਉਹ ਬੰਦਾ ਸੰਤੋਖੀ ਹੋ ਜਾਂਦਾ ਹੈ। ਅਤੇ ਸਤਿਗੁਰੂ ਦੇ ਬਚਨ ਨੇ ਬਾਣੀ ਦੇ ਵਿੱਚ, ਜਿਨੀ ਸੁਣ ਮੰਨਿਆ ਹਰ ਨਾਉ ਤਿਨਾ ਹੋ ਵਾਰੀਆ, ਗੁਰਮੁਖੀਆ ਹਰ ਮੇਲ ਮਿਲਾਵਣ ਹਾਰੀਆ। ਜਿਨ੍ਹਾਂ ਨੇ ਉਪਦੇਸ਼ ਸੁਣ ਕੇ ਮੰਨਿਆ, ਸਿਮਰਨ ਕਰਦੇ ਹੈ, ਅਤੇ ਸਤਿਗੁਰੂ ਫਿਰ ਉਹਨਾਂ ਨੂੰ ਵਾਹਿਗੁਰੂ ਦੇ ਨਾਲ ਮਿਲਾ ਦਿੰਦਾ ਹੈ। ਭਾਈ ਗੁਰਦਾਸ ਜੀ ਗੁਰਸਿੱਖਾਂ ਨੂੰ ਕਹਿੰਦੇ ਆ, ਗੁਰਸਿੱਖੋ, ਬਹੁਤੇ ਲੋਕ ਗੁਰੂ ਦੇ ਦਰ 'ਤੇ ਆਉਂਦੇ ਹੈ, ਸੰਗਤ ਵਿੱਚ ਵੀ ਬੈਠਦੇ ਹੈ, ਪਰ ਉਪਦੇਸ਼ ਦੀ ਕਮਾਈ ਨਹੀਂ ਕਰਦੇ। ਇਸ ਕਰਕੇ ਉਹ ਖਾਲੀ ਰਹਿ ਜਾਂਦੇ ਹੈ, ਲਾਭ ਨਹੀਂ ਪ੍ਰਾਪਤ ਕਰ ਪਾਉਂਦੇ। ਸੋ ਇਸ 17ਵੀਂ ਪੌੜੀ ਦੀ ਪਹਿਲੀ ਪੌੜੀ ਵਿੱਚ, 17ਵੀਂ ਵਾਰ ਦੀ ਪਹਿਲੀ ਪੌੜੀ ਵਿੱਚ ਭਾਈ ਗੁਰਦਾਸ ਜੀ ਦ੍ਰਿਸ਼ਟਾਂਤ ਵੀ ਦਿੰਦੇ ਹੈ। ਪੌਰਾਣਿਕ ਕਥਾ ਹੈ। ਉਹ ਕਥਾ ਇਹ ਹੈ ਕਿ ਦੇਵਤਿਆਂ ਅਤੇ ਦੈਂਤਾਂ ਨੇ ਮਿਲ ਕੇ ਸਮੁੰਦਰ ਨੂੰ ਰਿੜਕਿਆ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹਦਾ ਜ਼ਿਕਰ ਹੈ। ਸਮੁੰਦਰ ਨੂੰ ਰਿੜਕਣ ਤੋਂ ਸ਼ੇਸ਼ਨਾਗ ਜਿਹੜਾ ਸੀ ਉਹਦਾ ਨੇਤਰਾ ਪਾਇਆ, ਔਰ ਵੱਡੇ ਪਹਾੜ ਨੂੰ ਸਮੁੰਦਰ ਦੇ ਵਿੱਚ ਰੱਖਿਆ। ਕੱਛ ਅਵਤਾਰ ਉਹਦੇ ਹੇਠਾਂ ਟਿਕਿਆ ਤਾਂ ਕਿ ਉਹ ਪਹਾੜ ਵਿੱਚ ਨਾ ਚਲਿਆ ਜਾਏ। ਇੱਕ ਪਾਸੇ ਦੇਵਤੇ ਲੱਗੇ, ਇੱਕ ਪਾਸੇ ਦੈਂਤ ਲੱਗੇ। ਸਮੁੰਦਰ ਨੂੰ ਰਿੜਕਿਆ, ਉਹਦੇ ਵਿੱਚੋਂ 14 ਰਤਨ ਨਿਕਲੇ। 14 ਰਤਨ ਨਿਕਾਲਿਅਨ ਕੀਤੋਨ ਚਾਨਾਣ, ਬਾਣੀ ਦਾ ਬਚਨ ਹੈ। ਦ੍ਰਿਸ਼ਟਾਂਤ ਉੱਥੇ ਵੀ ਮਹਾਰਾਜ ਨੇ ਦਿੱਤਾ। 14 ਰਤਨ ਨਿਕਲੇ, ਪਰ ਜਿਹੜਾ ਸੰਖ ਹੈ ਨਿਕਲਿਆ ਤਾਂ ਉਹ ਵੀ ਉਹਦੇ ਵਿੱਚੋਂ ਸਮੁੰਦਰ 'ਚੋਂ, ਪਰ ਉਹ ਸਮੁੰਦਰ 'ਚ ਰਹਿੰਦਾ ਹੋਇਆ ਵੀ ਸੱਖਣਾ ਸੀ, ਖਾਲੀ ਸੀ। ਤਾਹਾਂ ਮਾਰ ਕੇ ਰੋਂਦਾ ਹੈ। ਭਾਈ ਗੁਰਦਾਸ ਜੀ ਕਹਿੰਦੇ, ਸੰਗਤ ਵਿੱਚ ਰਹਿੰਦੇ ਹੋਏ ਵੀ, ਗੁਰੂ ਕੋਲ ਰਹਿੰਦੇ ਹੋਏ ਵੀ, ਕੁਝ ਬੰਦੇ ਐਸੇ ਆ ਜਿਹੜੇ ਸੰਖ ਵਰਗੇ ਹੁੰਦੇ, ਅੰਦਰੋਂ ਖਾਲੀ। ਕੋਈ ਗੁਰੂ ਦਾ ਇੱਕ ਵੀ ਗੁਣ, ਇੱਕ ਵੀ ਸਿੱਖਿਆ ਨੂੰ ਉਹ ਧਾਰਨ ਨਹੀਂ ਕਰਦੇ, ਇੱਕ ਵੀ ਉਪਦੇਸ਼ 'ਤੇ ਗੁਰੂ ਦੇ 'ਤੇ ਅਮਲ ਨਹੀਂ ਕਰਦੇ। ਸੋ ਭਾਈ ਗੁਰਦਾਸ ਜੀ ਇਸ ਵਾਰ ਦੀ ਆਰੰਭਤਾ ਕਰ ਰਹੇ ਹੈ। ਵਾਹਿਗੁਰੂ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਸਾਗਰ ਅਗਮ ਅਥਾਹੁ ਮਥ, 14 ਰਤਨ ਅਮੋਲ ਕਢਾਏ। ਸਮੁੰਦਰ ਜਿਹੜਾ ਅਗਮ ਹੈ, ਅਥਾਹ, ਜਿਹਦਾ ਕੋਈ ਥਾਹ ਨਹੀਂ, ਸਮੁੰਦਰ ਨੂੰ ਰਿੜਕ ਕੇ, ਮੱਥ ਕੇ, ਇਹਦੇ ਵਿੱਚੋਂ 14 ਅਮੋਲਕ ਰਤਨ ਕਢਵਾਏ ਸੀ। ਦੇਵਤਿਆਂ ਅਤੇ ਦੈਂਤਾਂ ਨੇ ਮਿਲ ਕੇ ਰਿੜਕਿਆ ਅਤੇ 14 ਅਵਤਾਰ ਇਹਦੇ ਵਿੱਚੋਂ ਬਾਹਰ ਕੱਢੇ ਗਏ। 14 ਜਿਹੜੇ ਰਤਨ ਸੀ ਨਾ, ਵਾਹਿਗੁਰੂ 14 ਰਤਨ, ਉਹ 14 ਰਤਨਾਂ ਦਾ ਨਾਮ ਭਾਈ ਗੁਰਦਾਸ ਜੀ ਹੁਣ ਅੱਗੇ ਲਿਖਦੇ ਅਗਲੀਆਂ ਪੰਕਤੀਆਂ ਦੇ ਵਿੱਚ। ਸਸੀਅਰ ਸਾਰੰਗ ਧਨੁਖ ਮਦ, ਕੌਸਤਕ ਲਛ ਤਨੰਤਰ ਪਾਏ। ਸਸੀਅਰ ਚੰਦਰਮਾ ਇਹਦੇ ਵਿੱਚੋਂ ਨਿਕਲਿਆ। ਸਾਰੰਗ ਧਨੁਖ, ਇੱਕ ਧਨੁਸ਼ ਨਿਕਲਿਆ, ਸਾਰੰਗ ਨਾਮੇ ਧਨੁਸ਼, ਅਤੇ ਮਦ ਸ਼ਰਾਬ ਨਿਕਲੀ। ਹੁਣ ਤੁਸੀਂ ਕਹੋਗੇ ਵੀ ਸ਼ਰਾਬ ਵੀ ਰਤਨਾਂ ਵਿੱਚ ਸੀ। ਹਾਂ, ਅੰਮ੍ਰਿਤ ਵੀ ਨਿਕਲਿਆ ਸੀ। ਸ਼ਰਾਬ ਦਿੱਤੀ ਸੀ ਦੈਂਤਾਂ ਨੂੰ ਅਤੇ ਅੰਮ੍ਰਿਤ ਦਿੱਤਾ ਸੀ ਦੇਵਤਿਆਂ ਨੂੰ। ਦੇਵਤੇ ਅੰਮ੍ਰਿਤ ਪੀਂਦੇ ਨੇ, ਦੈਂਤ
ਸ਼ਰਾਬ ਪੀਂਦੇ ਆ, ਪੌਰਾਣਿਕ ਕਥਾ ਹੈ। ਭਾਈ ਗੁਰਦਾਸ ਜੀ ਕਹਿੰਦੇ ਦੇਖੋ, ਸਸਿਰ ਚੰਦਰਮਾ, ਸਾਰੰਗਨਾਮੇ ਤਨਖ, ਅਤੇ ਤੀਜਾ ਸ਼ਰਾਬ, ਚੌਥੀ ਕੌਸਤਕ ਮਣੀ ਜਿਹਨੂੰ ਵਿਸ਼ਨੂੰ ਗਲ ਵਿੱਚ ਪਾ ਕੇ ਰੱਖਦੇ ਹੈ, ਅਤੇ ਔਰ ਇਸੇ ਤਰ੍ਹਾਂ ਕੌਸਤਕ ਲਛ ਧਨੰਤਰ ਪਾਏ ਲਛਮੀ, ਅਤੇ ਧਨੰਤਰ ਵੈਦ ਸਮੁੰਦਰ 'ਚੋਂ ਪ੍ਰਾਪਤ ਹੋਇਆ। ਜਦੋਂ ਸਮੁੰਦਰ ਨੂੰ ਰਿੜਕਿਆ ਇਹ ਰਤਨ ਨਿਕਲੇ। ਧਨੰਤਰ ਵੈਦ ਇਹੋ ਜਿਹਾ ਸੀ, ਉਹ ਨਜ਼ਰ ਦੇ ਨਾਲ ਹੀ ਠੀਕ ਕਰ ਦਿੰਦਾ ਸੀ। ਚੀਜ਼ ਸੜ ਕੇ ਸਵਾਹ ਹੋਈ ਹੋਵੇ, ਨਜ਼ਰ ਪਾ ਕੇ ਹਰੀ ਭਰੀ ਕਰ ਦਿੰਦਾ ਸੀ, ਐਸਾ ਸੀ। ਆਰੰਭਾ ਕਾਮ ਧੇਣ ਲੈ, ਪਾਰ ਜਾਤ ਅਸਵ ਅਮਿਓ ਪੀ ਆਏ। ਆਰੰਭਾ, ਜਿਹੜੀ ਆਰੰਭਾ ਅਪਸ਼ਰਾ ਨਿਕਲੀ ਉਹਦੇ ਵਿੱਚੋਂ, ਜਿਹੜੀ ਇੰਦਰ ਦੇ ਦਰਬਾਰ ਦੇ ਵਿੱਚ ਬਾਅਦ ਵਿੱਚ ਗਾਉਂਦੀ ਹੁੰਦੀ ਸੀ, ਇਹ ਵੀ ਸਮੁੰਦਰ 'ਚੋਂ ਨਿਕਲੀ ਆਰੰਭਾ। ਕਾਮ ਧੇਣ ਨਿਕਲੀ ਗਊ ਇਹਦੇ ਵਿੱਚੋਂ, ਅਤੇ ਪਾਰਜਾਤ ਕਲਪ ਬ੍ਰਿਸ਼ ਨਿਕਲਿਆ। ਅਸਵ ਉੱਚ ਸਰਵਾ ਘੋੜਾ ਨਿਕਲਿਆ ਸੂਰਜ ਦਾ। ਔਰ ਅਮਿਓ ਪੀ ਆਏ, ਅਤੇ ਅੰਮ੍ਰਿਤ ਇਹਦੇ ਵਿੱਚੋਂ ਨਿਕਲਿਆ, ਜੋ ਮੋਹਣੀ ਅਵਤਾਰ ਧਾਰ ਕੇ ਅਤੇ ਦੇਵਤਿਆਂ ਨੂੰ ਅੰਮ੍ਰਿਤ ਪਿਆ ਦਿੱਤਾ ਸੀ। ਸ਼ਰਾਬ ਜਿਹੜੀ ਸੀ ਦੈਂਤਾਂ ਨੂੰ ਦੇ ਦਿੱਤੀ ਸੀ। ਐਰਾ ਪਤ ਗਜ ਸੰਖ ਬਿਖ, ਦੇਵ ਦਾਨਵ ਮਿਲ ਵੰਡ ਦਿਵਾਏ। ਐਰਾ ਪਤ ਗਜ, ਇੰਦਰ ਦਾ ਹਾਥੀ ਨਿਕਲਿਆ ਉਹਦੇ ਵਿੱਚੋਂ। ਸੰਖ ਨਿਕਲਿਆ, ਅਤੇ ਬਿਖ ਜ਼ਹਿਰ ਨਿਕਲੀ। ਇਹ 14 ਰਤਨ ਸਮੁੰਦਰ ਨੂੰ ਰਿੜਕਣ ਤੋਂ ਨਿਕਲੇ। ਦੇਵ ਦਾਨਵ ਮਿਲ ਵੰਡ ਦਿਵਾਏ। ਦੇਵ ਦੇਵਤੇ ਅਤੇ ਦਾਨਵ ਦੈਂਤ ਜਿਹੜੇ ਸੀ, ਇਹਨਾਂ ਦੇ ਵਿੱਚ ਮਿਲ ਕੇ ਅਤੇ ਇਹਨਾਂ ਨੂੰ ਵੰਡ ਕੇ ਦੇ ਦਿੱਤੇ। ਇਹ 14 ਨਿਕਲੇ ਸਨ, ਜਿਹੜੇ 14 ਗਿਣੇ ਨੇ ਭਾਈ ਗੁਰਦਾਸ ਜੀ ਨੇ। ਸ੍ਰੀ ਮਨ ਰੰਭਾ ਵਾਰਣੀ, ਅਮੀ ਸੰਖ ਗਜਰਾਜ, ਬਿਖ ਧੇਨ ਸਸੀ ਕਲਪ ਤਰ, ਤਨਖ ਧਨੰਤਰ ਬਾਜ। ਇੱਦਾਂ ਵਿਦਵਾਨ ਗਿਣਦੇ ਹੈ। ਸੋ ਇਹ 14 ਸਮੁੰਦਰ 'ਚੋਂ ਨਿਕਲੇ ਸੀ, ਅਤੇ ਫਿਰ ਵੰਡ ਦਿੱਤੇ ਇਹਨਾਂ ਦੇਵਤਿਆਂ ਦੇ ਵਿੱਚ ਅਤੇ ਦੈਂਤਾਂ ਦੇ ਵਿੱਚ। ਮਾਣਕ ਮੋਤੀ ਹੀਰਿਆਂ, ਬਹੁਮੁੱਲੇ ਸਭ ਕੋ ਵਰਸਾਏ। ਹੋਰ ਵੀ ਮਾਣਕ ਮੋਤੀ ਹੀਰੇ ਬਹੁਮੁੱਲੇ ਨਿਕਲੇ, ਜਿਨ੍ਹਾਂ ਤੋਂ ਲੋਕ ਵਰਸਾਏ ਜਾਂਦੇ ਹੈ, ਲਾਭ ਪ੍ਰਾਪਤ ਕਰਦੇ ਹੈ। ਸੰਖ ਸਮੁੰਦਰਹੁ ਸਖਣਾ, ਤਾਹਾਂ ਦੇ ਦੇ ਰੋਏ ਸੁਣਾਏ। ਭਾਈ ਗੁਰਦਾਸ ਜੀ ਕਹਿੰਦੇ ਜਿਹੜੇ 14 ਰਤਨ ਸੀ, ਇਹਨਾਂ ਵਿੱਚ ਇੱਕ ਸੰਖ ਸੀ, ਗਾਂਡੀਵ ਨਾਮੇ ਸੰਖ। ਅਤੇ ਸੰਖ ਅੰਦਰੋਂ ਖਾਲੀ ਹੁੰਦਾ ਹੈ। ਸੰਖ ਸਮੁੰਦਰੋਂ ਸਖਣਾ, ਸਮੁੰਦਰ ਵਿੱਚ ਰਹਿੰਦਾ ਹੋਇਆ ਵੀ ਸੰਖ ਅੰਦਰੋਂ ਖਾਲੀ ਰਿਹਾ। ਤਾਹਾਂ ਦੇ ਦੇ ਰੋਏ ਸੁਣਾਏ, ਅਤੇ ਦਿਨੇ ਰਾਤ ਤਾਹਾਂ ਮਾਰ ਮਾਰ ਕੇ ਰੋ ਕੇ ਲੋਕਾਂ ਨੂੰ ਸੁਣਾਉਂਦਾ ਹੈ, ਮੈਂ ਸਮੁੰਦਰ ਵਿੱਚ ਰਹਿੰਦਾ ਵੀ ਖਾਲੀ ਰਹਿ ਗਿਆ, ਲੋਕੋ ਤੁਸੀਂ ਨਾ ਖਾਲੀ ਰਹਿ ਜਿਓ। ਹੁਣ ਇਹ ਸੀ ਦ੍ਰਿਸ਼ਟਾਂਤ ਭਾਈ ਗੁਰਦਾਸ ਨੇ ਦਿੱਤਾ, ਪੁਰਾਣਿਕ ਕਥਾ। ਸਮੁੰਦਰ ਨੂੰ ਰਿੜਕਿਆ, 14 ਰਤਨ ਨਿਕਲੇ। ਹੁਣ ਆਪਾਂ ਗੁਰਮਤਿ ਦੇ ਵਿੱਚ ਵੇਖਣਾ ਹੈ, ਸਤਿਗੁਰੂ ਨੇ ਕੀ ਸਾਨੂੰ ਸਿੱਖਿਆ ਦਿੱਤੀ ਹੈ। ਬਾਬਾ ਕਬੀਰ ਸਾਹਿਬ ਜੀ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਇੱਕ ਸਲੋਕ ਆਉਂਦਾ ਹੈ, ਕਬੀਰ ਰਹਿ ਨਾਇਰ ਵਿਛੋਰਿਆ, ਰਹੋ ਰੇ ਸੰਖ ਮਜੂਰ, ਦੇਵਲ ਦੇਵਲ ਤਾਹੜੀ ਦੇ ਸਹਿਯੋਗਵਤ ਸੂਰ। ਬਾਬਾ ਕਬੀਰ ਸਾਹਿਬ ਜੀ ਇੱਕ ਦਿਨ ਉਹ ਸੈਰ ਕਰਨ ਨਿਕਲੇ। ਸੈਰ ਕਰਦਿਆਂ ਕਰਦਿਆਂ ਦੂਰ ਚਲੇ ਗਏ। ਇੱਕ ਮੰਦਰ ਸੀ, ਉਸ ਮੰਦਰ ਦੇ ਵਿੱਚੋਂ ਆਵਾਜ਼ ਆ ਰਹੀ ਹੈ। ਨੇੜੇ ਗਏ, ਉਹ ਆਵਾਜ਼ ਪੁਜਾਰੀ ਨੇ ਨਾ ਸੰਖ ਆਪਣੇ ਹੱਥਾਂ ਵਿੱਚ ਫੜਿਆ ਸੀ, ਅਤੇ ਫੂਕ ਮਾਰ ਕੇ ਉਹ ਸੰਖ ਵਜਾਉਂਦਾ ਸੀ, ਆਵਾਜ਼ ਸੀ। ਉਹ ਪੁਜਾਰੀ ਨੇ ਸੰਖ ਵਜਾਉਣ ਤੋਂ ਬਾਅਦ ਨਾ ਉਹਨੂੰ ਚਿੱਟੇ ਬਸਤਰਾਂ ਵਿੱਚ ਲਪੇਟ ਕੇ ਅਤੇ ਉੱਥੇ ਰੱਖ ਦਿੱਤਾ। ਬਾਬਾ ਕਬੀਰ ਸਾਹਿਬ ਆਏ ਅਤੇ ਸੰਖ ਦੇ ਨਾਲ ਗੱਲੀਂ ਪੈ ਗਏ। ਕਹਿੰਦੇ ਐ ਸੰਖ, ਤੂੰ ਕਿੱਡੇ ਵੱਡਿਆਂ ਭਾਗਾਂ ਵਾਲਾ ਹੈ ਵੀ ਤੂੰ ਮੰਦਰ ਦੇ ਵਿੱਚ ਹੈ, ਭਗਵਾਨ ਦੀਆਂ ਮੂਰਤੀਆਂ ਦੇ ਕੋਲ ਹੈ, ਉਹਨਾਂ ਧਰਮ ਦੇ ਮੁਤਾਬਕ
ਤੇ ਜਦ ਬਾਬਾ ਕਬੀਰ ਸਾਹਿਬ ਨੇ ਬਚਨ ਕਹੇ ਵੀ ਤੂੰ ਵੱਡਿਆਂ ਭਾਗਾਂ ਵਾਲਾ, ਭਗਵਾਨ ਦੀਆਂ ਮੂਰਤੀਆਂ ਕੋਲ ਸੰਖ ਦੀਆਂ ਧਾਹਾਂ ਨਿਕਲ ਗਈਆਂ। ਕਹਿੰਦਾ ਮੈਂ ਭਾਗਾਂ ਵਾਲਾ ਨਹੀਂ, ਮੈਂ ਨਿਰਭਾਗਾ ਹਾਂ। ਪੁੱਛਿਆ ਉਹ ਕਿਵੇਂ? ਕਹਿੰਦੇ ਜਦੋਂ ਸਮੁੰਦਰ ਦੇ ਵਿੱਚ ਛਲ ਆਈ ਤੇ ਮੈਂ ਆਪਣੇ ਆਪ ਨੂੰ ਵੱਖਰਿਆਂ ਕਰ ਲਿਆ। ਮੈਂ ਸਮੁੰਦਰ ਦੇ ਕੰਢੇ 'ਤੇ ਪਿਆ ਰਿਹਾ, ਲੋਕ ਆਏ ਚੁੱਕ ਕੇ ਲੈ ਗਏ, ਫਿਰ ਇਹਨਾਂ ਚੰਗੀ ਤਰ੍ਹਾਂ ਸਾਫ਼ ਕਰਕੇ ਮੈਨੂੰ ਵੇਚ ਦਿੱਤਾ। ਇਹ ਪੁਜਾਰੀ ਖਰੀਦ ਲਿਆਇਆ ਤੇ ਅੱਜ ਹੁਣ ਮੈਂ ਆਪਣੇ ਸ਼ਹੁ ਸਾਗਰ ਤੋਂ ਵਿਛੜ ਕੇ ਸਵੇਰੇ ਵੀ ਧਾਹਾਂ ਦਿੰਦਾ ਹਾਂ, ਸ਼ਾਮ ਨੂੰ ਵੀ ਧਾਹਾਂ ਦਿੰਦਾ ਹਾਂ। ਮੈਂ ਰੋਂਦਾ ਹਾਂ, ਮੈਂ ਤਾਂ ਵਿਛੋੜੇ ਵਿੱਚ ਰੋਂਦਾ ਹਾਂ। ਮੇਰਾ ਅਸਲਾ, ਮੇਰਾ ਮੂਲ, ਮੇਰਾ ਮੁੱਢ ਤਾਂ ਸਮੁੰਦਰ ਹੈ। ਮੈਂ ਸਮੁੰਦਰ ਵਿੱਚ ਰਹਿੰਦਾ ਖੁਸ਼ ਸੀ, ਪ੍ਰਸੰਨ ਸੀ, ਕੋਈ ਉੱਥੇ ਮੇਰਾ ਰੋਣਾ ਧੋਣਾ ਨਹੀਂ ਸੀ। ਇੱਥੇ ਤਾਂ ਹੁਣ ਮੈਂ ਵਿਛੜ ਕੇ ਆ ਗਿਆ ਦੂਰ ਤੇ ਰੋ ਰਿਹਾ ਹਾਂ। ਬਾਬਾ ਕਬੀਰ ਸਾਹਿਬ ਨੇ ਸਿੱਖਿਆ ਦਿੱਤੀ ਸਾਨੂੰ, ਕਬੀਰ ਰਹਿ ਨਾਇਰ ਵਿਛੋਰਿਆ, ਰਹੋ ਰੇ ਸੰਖ ਮਜਬੂਰ। ਰਹਿ ਨਾਇਰ ਕਹਿੰਦੇ ਰਤਨਾਂ ਦੀ ਖਾਣ। ਰਤਨਾਂ ਦੀ ਖਾਣ ਕੀ ਹੈ? ਸਮੁੰਦਰ। ਕਹਿੰਦੇ ਵੇਖੋ ਜਿਹੜਾ ਸਮੁੰਦਰ ਤੋਂ ਵਿਛੜਿਆ ਹੋਇਆ ਸੰਖ ਹੈ ਨਾ, ਉਹਨੂੰ ਕਹਿੰਦੇ ਆ ਕਬੀਰ ਰਹਿ ਨਾਇਰ ਵਿਛੋਰਿਆ, ਰਹੋ ਰੇ ਸੰਖ ਮਜਬੂਰ। ਸਮੁੰਦਰ ਤੋਂ ਵਿਛੜੇ ਹੋਏ ਐ ਸੰਖ ਸਮੁੰਦਰ ਵਿੱਚ ਰਹਿ, ਦੇਵਲ ਦੇਵਲ ਧਾਹੜੀ ਦੇ ਸਹਿ। ਤੈਨੂੰ ਸ਼ਿਵਾਲਿਆਂ ਮੰਦਰਾਂ ਦੇ ਵਿੱਚ ਧਾਹਾਂ ਦੇਣੀਆਂ ਪੈਣਗੀਆਂ। ਉਗਵਤ ਸੂਰ, ਸੂਰਜ ਦੇ ਉਗਦਿਆਂ। ਜਦੋਂ ਸੂਰਜ ਚੜ੍ਹੇਗਾ ਤੂੰ ਰੋਵੇਂਗਾ ਵਿਛੜ ਕੇ। ਅਸਲ 'ਚ ਸਮਝਾਇਆ ਇਸ ਜੀਵ ਨੂੰ, ਇਹ ਜੀਵ ਰੂਪ ਸੰਖ ਕਦੇ ਪਰਮਾਤਮਾ ਤੋਂ ਨਾ ਵਿਛੜੀ। ਗੁਰੂ ਕੇ ਸਿੱਖਾ ਕਦੇ ਗੁਰੂ ਤੋਂ ਨਾ ਵਿਛੜੀ। ਸਮੁੰਦਰ ਤੋਂ ਵਿਛੜ ਕੇ ਜਿਵੇਂ ਸੰਖ ਧਾਹਾਂ ਮਾਰਦਾ ਨਾ ਰੋਂਦਾ, ਗੁਰੂ ਤੋਂ ਵਿਛੜ ਕੇ ਵੀ ਤੇਰਾ ਇਹ ਹਾਲ ਹੋਵੇਗਾ। ਤੂੰ ਵੀ ਇੱਦਾਂ ਹੀ ਰੋਵੇਂਗਾ, ਧਾਹਾਂ ਮਾਰੇਂਗਾ, ਰੋਣਾ ਪੱਲੇ ਰਹਿ ਜਾਣਾ ਤੇਰੇ, ਹੋਰ ਕੁਛ ਨਹੀਂ। ਵਿਛੋੜੇ ਦਾ ਦੁੱਖ ਬਹੁਤ ਹੁੰਦਾ ਹੈ। ਇਸ ਲਈ ਬਾਬਾ ਕਬੀਰ ਸਾਹਿਬ ਦਾ ਇੱਕ ਹੋਰ ਸਲੋਕ ਹੈ, ਕਬੀਰ ਸਮੁੰਦ ਨਾ ਛੋਡੀਐ ਜੋ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡਤੇ ਭਲੋ ਨਾ ਕਹਿ ਹੈ ਕੋਏ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਸਮੁੰਦਰ ਦੇ ਵਿੱਚ ਭਾਵੇਂ ਖਾਰਾਪਨ ਹੈ ਪਰ ਇਹਨੂੰ ਛੱਡੀ ਨਾ, ਕਿਉਂਕਿ ਜਦੋਂ ਕਿਤੇ ਕਾਲ ਪੈਂਦਾ ਨਾ, ਸੋਕਾ ਪੈਂਦਾ ਹੈ, ਛੱਪੜ ਸੁੱਕ ਜਾਂਦੇ ਨੇ। ਫਿਰ ਮੱਛੀਆਂ ਦਾ ਹਾਲ ਵੇਖੋ, ਤੜਫ ਤੜਫ ਕੇ ਮਰਦੀਆਂ ਨੇ ਮੱਛੀਆਂ ਜਦ ਕਦੇ ਛੱਪੜ ਸੁੱਕਦੇ ਹੈ। ਸਮੁੰਦਰ ਨੇ ਸੁੱਕਣਾ ਨਹੀਂ। ਮੱਛੀ ਨੂੰ ਕਹੋ ਸਮੁੰਦਰ 'ਚ ਰਹੇ, ਛੱਪੜਾਂ 'ਚ ਨਾ ਆ ਜਾਵੀਂ। ਛੱਪੜ ਸੁੱਕ ਜਾਂਦੇ ਨੇ, ਉਛਲ ਵੀ ਜਾਂਦੇ ਹੈ। ਸਮੁੰਦਰ ਕਦੇ ਨਹੀਂ ਸੁੱਕਦਾ। ਗੁਰੂ ਸਮੁੰਦਰ ਹੈ। ਇਸ ਲਈ ਗੁਰੂ ਦੀ ਚਰਨ ਸ਼ਰਨ ਵਿੱਚ ਹੀ ਰਹਿਣਾ ਹੈ ਸਿੱਖ ਨੇ। ਅਤੇ ਜੇ ਛੱਪੜਾਂ 'ਤੇ ਜਾਵੇਗਾ, ਦੇਹਧਾਰੀਆਂ ਕੋਲ ਤੁਰਿਆ ਹੋਏ, ਪਖੰਡੀਆਂ ਕੋਲ ਜਾਵੇ, ਉਹ ਤਾਂ ਸੁੱਕ ਜਾਣੇ ਨੇ ਜੇ ਥੋੜ੍ਹੀ ਜਿਹੀ ਔੜ ਲੱਗੀ ਤੇ। ਫਿਰ ਉੱਥੇ ਤੜਫ ਤੜਫ ਕੇ ਮਰੇਗਾ ਇਹ ਬੰਦਾ। ਉੱਥੇ ਸਿੱਖ ਤੜਫ ਕੇ ਮਰੇਗਾ। ਸਿੱਖ ਸਿੱਖ ਹੀ ਨਹੀਂ ਜਿਹੜਾ ਗੁਰੂ ਨੂੰ ਛੱਡ ਕੇ ਹੋਰ ਉੱਥੇ ਚਲੇ ਜਾਂਦਾ ਹੈ। ਪੋਖਰ ਪੋਖਰ ਢੂੰਡਤੇ ਭਲੋ ਨਾ ਕਹਿ ਹੈ ਕੋਏ। ਅਤੇ ਛੱਪੜਾਂ ਵਿੱਚ ਜਾ ਕੇ ਜੇ ਤੂੰ ਲੱਭੇਗਾ ਹੀਰੇ ਮੋਤੀ, ਤੈਨੂੰ ਕਿਸੇ ਨੇ ਭਲੇ ਨਹੀਂ ਕਹਿਣਾ। ਉੱਥੋਂ ਕਿਤੇ ਹੀਰੇ ਮੋਤੀ ਥੋੜ੍ਹੀ ਲੱਭਦੇ, ਉਹ ਤਾਂ ਸਮੁੰਦਰ 'ਚੋਂ ਲੱਭਦੇ। ਛੱਪੜਾਂ 'ਚੋਂ ਕੀ ਤੇਰੇ ਹੱਥ ਵਿੱਚ ਆਉਣਾ ਹੈ? ਉਹ ਛੋਟੇ ਛੋਟੇ ਜਿਹੇ ਘੋਗੇ ਜਿਹੇ ਹੱਥ ਆਉਣਗੇ, ਹੋਰ ਕੁਛ ਨਹੀਂ। ਚਿੱਕੜ ਨਾਲ ਲਿਬੜਨਗੇ ਹੱਥ। ਗੁਰੂ ਸਮੁੰਦਰ ਦਾ ਕਦੇ ਤਿਆਗ ਨਹੀਂ ਕਰਨਾ, ਗੁਰੂ ਸਮੁੰਦਰ ਨੂੰ ਛੱਡ ਕੇ ਦੂਰ ਨਹੀਂ ਜਾਣਾ। ਇਸ ਲਈ ਗੁਰੂ ਦੀ ਚਰਨ ਸ਼ਰਨ ਦੇ ਵਿੱਚ ਰਹਿਣਾ ਹੈ। ਸਮੁੰਦਰ ਨੂੰ ਦੇਵਤਿਆਂ ਦੈਂਤਾਂ ਨੇ ਰਿੜਕਿਆ, 14 ਰਤਨ ਨਿਕਲੇ। ਗੁਰੂ ਕੇ ਸਿੱਖ ਨੇ ਅੰਤਰੀਵ 14 ਰਤਨ ਧਾਰਨ ਕਰਨੇ ਨੇ ਗੁਰੂ ਕੀ ਸੰਗਤ ਦੇ ਵਿੱਚੋਂ। ਉਹ ਅੰਤਰੀਵ 14 ਰਤਨ ਕਿਹੜੇ ਨੇ? ਵਿਦਵਾਨ ਸਤਪੁਰਸ਼ਾਂ ਨੇ ਇੱਕ ਕਵਿਤ ਦੇ ਵਿੱਚ ਲਿਖੇ ਹੈ, ਲక్ష్ਮੀ ਰੂਪ ਭਗਤੀ ਹੈ ਆਤਮ ਵਿਚਾਰ ਮਣੀ। ਸਮੁੰਦਰ 'ਚੋਂ ਲక్ష్ਮੀ ਨਿਕਲੀ। ਕਹਿੰਦੇ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਇਹ ਲక్ష్ਮੀ ਹੈ, ਇਹ ਧਾਰਨ ਕਰਨੀ ਸਿੱਖ ਨੇ, ਇਹ ਰਤਨ ਹੈ। ਲక్ష్ਮੀ ਰੂਪ ਭਗਤੀ ਹੈ ਆਤਮ ਵਿਚਾਰ ਮਣੀ।
ਤੇ ਕੌਸਤਕ ਮਣੀ ਕਿਹੜੀ ਹੈ? ਜਿਹੜੀ ਆਤਮ ਵਿਚਾਰ ਕਰਨੀ ਹੈ। ਆਤਮਾ ਦੀ ਵਿਚਾਰ, ਮੈਂ ਕੌਣ ਹਾਂ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਸੋ ਆਤਮ ਵਿਚਾਰ ਰੂਪ ਮਣੀ ਹੈ, ਇਹ ਧਾਰਨ ਕਰਨੀ ਹੈ। ਰੰਭਾ ਪਰਮੇਸ਼ਰ ਕੀ ਕੀਰਤੀ ਵਿਚਾਰ ਹੈ। ਰੰਭਾ ਅਪਸਰਾ ਨਿਕਲੀ ਸੀ, ਪਰਮੇਸ਼ਰ ਦੀ ਕੀਰਤੀ ਕਰਨੀ, ਉਹਦਾ ਜਸ ਗਾਉਣਾ। ਤੇ ਕੀਰਤੀ ਰੂਪੀ ਰੰਭਾ ਇਹ ਸਿੱਖ ਨੇ ਆਪਣੇ ਜੀਵਨ ਵਿੱਚ ਧਾਰਨ ਕਰਨੀ ਹੈ। ਪ੍ਰੇਮ ਰੂਪ ਮਦਰਾ, ਨਾਮ ਜਪੇ ਅੰਮ੍ਰਿਤ। ਸ਼ਰਾਬ ਵੀ ਨਿਕਲੀ ਸੀ ਜਿਹੜੀ ਦੈਂਤਾਂ ਨੂੰ ਦਿੱਤੀ ਸੀ, ਇੱਥੇ ਪ੍ਰੇਮ ਰੂਪ ਸ਼ਰਾਬ ਹੈ। ਪ੍ਰੇਮ ਜੋ ਧਾਰਨ ਕਰਨਾ ਹੈ, ਇਹੀ ਸ਼ਰਾਬ ਹੈ। ਪ੍ਰੇਮ ਰੂਪ ਮਦਰਾ, ਪ੍ਰੇਮ ਰੂਪੀ ਸ਼ਰਾਬ ਦੇ ਧਾਰਨੀ ਬਣਨਾ ਹੈ। ਔਰ ਇਸੇ ਤਰ੍ਹਾਂ ਨਾਮ ਜਪ ਅੰਮ੍ਰਿਤ, ਅੰਮ੍ਰਿਤ ਵੀ ਨਿਕਲਿਆ ਸਮੁੰਦਰ 'ਚੋਂ। ਨਾਮ ਜਪਣਾ ਇਹ ਅੰਮ੍ਰਿਤ ਹੈ। ਰਾਗ ਕਾ ਅਲਾਪਨਾ, ਸੰਖ ਕਾ ਆਕਾਰ ਹੈ। ਸੰਖ ਨਿਕਲਿਆ, ਕਹਿੰਦੇ ਸੰਖ ਦਾ ਆਕਾਰ ਕਿਹੜਾ ਹੈ? ਜੋ ਰਾਗ ਦਾ ਆਲਾਪ ਕਰਨਾ, ਕੀਰਤਨ ਕਰਨਾ, ਬਾਣੀ ਦਾ ਕੀਰਤਨ ਸੁਣਨਾ, ਰਾਗਾਂ ਦੇ ਵਿੱਚ ਸ਼ਬਦ ਗਾਉਣਾ, ਇਹੀ ਸੰਖ ਦਾ ਆਕਾਰ ਹੈ। ਵੈਰਾਗ ਰੂਪ ਹਸਤੀ, ਸੰਗਤ ਕਲਪ ਬ੍ਰਿਸ਼। ਹਾਥੀ ਨਿਕਲਿਆ ਸੀ ਉਹਦੇ ਵਿੱਚੋਂ ਇੰਦਰ ਦਾ, ਕਹਿੰਦੇ ਵੈਰਾਗ ਧਾਰਨ ਕਰਨਾ, ਪਦਾਰਥਾਂ ਨਾਲ ਮੋਹ ਨਾ ਹੋਣਾ, ਵੈਰਾਗ ਰੂਪ ਹਾਥੀ ਹੈ। ਵੈਰਾਗ ਦਾ ਗੁਣ ਧਾਰਨ ਕਰਨਾ। ਸੰਗਤ ਕਲਪ ਬ੍ਰਿਸ਼, ਤੇ ਪਾਰਜਾਤ ਨਿਕਲਿਆ ਸੀ ਉਹਦੇ ਵਿੱਚੋਂ ਸਮੁੰਦਰ 'ਚੋਂ 14 ਰਚਨਾ ਤੋਂ। ਗੁਰੂ ਦੀ ਜਿਹੜੀ ਸੰਗਤ ਹੈ ਨਾ, ਇਹ ਕਲਪ ਬ੍ਰਿਸ਼ ਹੈ। ਸਾਰੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਕਰਦੀ ਹੈ, ਮਨ ਮੰਗੇ ਫਲ ਦਿੰਦੀ ਹੈ। ਸ਼ਾਂਤੀ ਕਾਮ ਧੇਨ, ਸਤਿਗੁਰ ਵੈਦ ਰਾਜ ਹੈ। ਤੇ ਕਾਮ ਧੇਨ ਗਾਂ ਕਿਹੜੀ ਹੈ? ਜੋ ਸ਼ਾਂਤੀ ਹੈ, ਸ਼ਾਂਤੀ ਦਾ ਗੁਣ ਧਾਰਨ ਕਰਨਾ, ਇਹੀ ਕਾਮ ਧੇਨ ਗਊ ਹੈ। ਤੇ ਧਨੰਤਰ ਵੈਦ ਨਿਕਲਿਆ ਸੀ ਉਹਦੇ ਵਿੱਚੋਂ, ਸਤਿਗੁਰੂ ਵੈਦ ਹਨ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਗੁਰੂ ਵਰਗਾ ਵੈਦ ਕੋਈ ਨਹੀਂ। ਗੁਰੂ ਨਾਮ ਦੀ ਪੁੜੀ ਦੇ ਕੇ ਤੇ ਹਉਮੈ ਦਾ ਰੋਗ ਕੱਟ ਦਿੰਦਾ ਹੈ। ਸਾਰੇ ਜਨਮਾਂ ਜਨਮਾਂਤਰਾਂ ਦੇ ਰੋਗ ਕੱਟ ਦਿੰਦਾ ਹੈ। ਗੁਰੂ ਵੈਦ ਹੈ। ਗੁਰੂ ਦੀ ਚਰਨ ਸ਼ਰਨ ਵਿੱਚ ਸਿੱਖ ਨੇ ਰਹਿਣਾ ਹੈ। ਦਾਨ ਰੂਪ ਚੰਦਰਮਾ, ਸੱਚ ਬੋਲ ਧਨੁਖ। ਉਹਦੇ ਵਿੱਚੋਂ ਚੰਦਰਮਾ ਵੀ ਨਿਕਲਿਆ ਸੀ। ਚੰਦਰਮਾ ਕਿਹੜਾ? ਦਾਨ ਰੂਪ, ਜੋ ਦਾਨ ਕਰਨਾ ਜਥਾ ਸ਼ਕਤੀ, ਜਿਵੇਂ ਸਿੱਖ ਦਸਵੰਧ ਕੱਢਦਾ ਹੈ। ਔਰ ਇਸੇ ਤਰ੍ਹਾਂ ਜੋ ਸੱਚ ਬੋਲਣਾ ਹੈ, ਸੱਚ ਬੋਲ ਧਨੁਖ, ਉਹਦੇ ਵਿੱਚੋਂ ਧਨੁਖ ਨਿਕਲਿਆ ਸੀ। ਸੱਚ ਬੋਲਣਾ ਹੀ ਧਨੁਖ ਹੈ। ਸੱਚੇ ਬੋਲ ਬੋਲਣੇ ਸਦਾ। ਸੰਤਾਂ ਕੀ ਨਿੰਦਾ ਬਿਖ, ਗਿਆਨ ਰੂਪ ਬਾਜ ਹੈ। ਤੇ ਜ਼ਹਿਰ ਵੀ ਉਹਦੇ ਵਿੱਚੋਂ ਨਿਕਲਿਆ ਸੀ ਸਮੁੰਦਰ 'ਚੋਂ। ਕਹਿੰਦੇ ਜਿਹੜੀ ਸੰਤਾਂ ਦੀ ਨਿੰਦਿਆ ਇਹ ਜ਼ਹਿਰ ਹੈ। ਤੇ ਗੁਰਸਿੱਖ ਨੇ ਕਦੇ ਨਿੰਦਿਆ ਨਹੀਂ ਕਰਨੀ, ਇਹ ਜ਼ਹਿਰ ਹੈ। ਇਹਨੂੰ ਜ਼ਹਿਰ ਸਮਝ ਕੇ ਇਹਦਾ ਤਿਆਗ ਕਰਨਾ ਹੈ। ਗਿਆਨ ਰੂਪ ਬਾਜ ਹੈ, ਤੇ ਗਿਆਨ ਰੂਪ ਘੋੜਾ ਹੈ। ਉੱਚ ਸ਼ਰਵਾ ਘੋੜਾ, ਸੂਰਜ ਦਾ ਜਿਹੜਾ ਉਹਦੇ 'ਚੋਂ ਨਿਕਲਿਆ ਸੀ ਸਮੁੰਦਰ 'ਚੋਂ। ਗਿਆਨ ਇਹੀ ਘੋੜਾ ਹੈ। ਇਹਦੇ 'ਤੇ ਅਸਵਾਰ ਹੋ ਕਰਕੇ ਸਿੱਖ ਨੇ ਉੱਚੀਆਂ ਮੰਜ਼ਿਲਾਂ 'ਤੇ ਜਾਣਾ ਹੈ। ਸੋ ਇਹ ਅੰਤਰੀਵ 14 ਰਤਨ ਨੇ ਜਿਹੜੇ ਸਿੱਖ ਨੇ ਧਾਰਨ ਕਰਨੇ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਵੇਖੋ ਸੰਖ ਸਮੁੰਦਰੋਂ ਸਖਣਾ, ਤਾਹਾਂ ਦੇ ਦੇ ਰੋਏ ਸੁਣਾਏ। ਸੰਖ ਸਮੁੰਦਰ ਵਿੱਚ ਰਹਿੰਦਾ ਵੀ ਖਾਲੀ ਰਹਿ ਗਿਆ, ਤਾਹਾਂ ਮਾਰਦਾ ਹੈ ਦਿਨੇ ਰਾਤ, ਰੋਂਦਾ ਹੈ, ਸੁਣਾਉਂਦਾ ਹੈ। ਇਸੇ ਤਰ੍ਹਾਂ ਸੰਖ ਵਰਗੇ ਜਿਹੜੇ ਨੇ ਸਮੁੰਦਰ ਵਿੱਚ ਰਹਿੰਦੇ, ਸੰਗਤ ਵਿੱਚ ਰਹਿੰਦੇ, ਗੁਰੂ ਦੇ ਕੋਲ ਰਹਿੰਦੇ ਵੀ ਖਾਲੀ ਰਹਿ ਜਾਂਦੇ, ਗੁਣ ਨਹੀਂ ਧਾਰਨ ਕਰਦੇ, ਫਿਰ ਉਹ ਰੋਂਦੇ ਹੀ ਹੈ, ਤਾਹਾਂ ਮਾਰਦੇ ਹੈ। ਸਾਧ ਸੰਗਤ ਗੁਰ ਸ਼ਬਦ ਸੁਣ, ਗੁਰ ਉਪਦੇਸ਼ ਨ ਹਿਰਦੈ ਵਸਾਏ। ਸਾਧ ਸੰਗਤ ਦੇ ਵਿੱਚ ਆ ਕੇ ਗੁਰੂ ਦਾ ਸ਼ਬਦ ਸੁਣ ਕੇ ਵੀ ਉਹ ਗੁਰੂ ਦੇ ਉਪਦੇਸ਼ ਨੂੰ ਹਿਰਦੇ 'ਚ ਨਹੀਂ ਵਸਾਉਂਦੇ। ਸਮੁੰਦਰ 'ਚ ਰਹਿੰਦਾ ਸੰਖ ਖਾਲੀ ਰਿਹਾ ਨਾ ਅੰਦਰੋਂ, ਕਹਿੰਦੇ ਉਹ ਸੰਖ ਵਰਗੇ ਜਿਹੜੇ ਬੰਦੇ ਆ ਸੰਗਤ ਵਿੱਚ ਰਹਿੰਦੇ ਵੀ ਅੰਦਰੋਂ ਖਾਲੀ ਰਹਿੰਦੇ। ਸੁਣਦੇ ਜ਼ਰੂਰ ਹੈ, ਬਾਣੀ ਵੀ ਸੁਣਦੇ ਆ, ਉਪਦੇਸ਼ ਵੀ ਸੁਣਦੇ, ਕੀਰਤਨ ਵੀ, ਪਰ ਧਾਰਨ ਨਹੀਂ ਕਰਦੇ, ਇਸ ਲਈ ਉਹ ਖਾਲੀ ਰਹਿ ਜਾਂਦੇ ਹੈ। ਨਿਹਫਲ ਅਹਿਲਾ ਜਨਮ ਗਵਾਏ,
ਤੇ ਐਸੇ ਲੋਕ ਆਪਣਾ ਜਨਮ ਵਿਅਰਥ ਹੀ ਗਵਾ ਲੈਂਦੇ ਹੈ। ਉਹਨਾਂ ਦਾ ਇਹ ਜਨਮ ਕੀਮਤੀ ਵਿਅਰਥ ਚਲਿਆ ਜਾਂਦਾ ਹੈ। ਸੋ ਭਾਈ ਗੁਰਦਾਸ ਜੀ ਨੇ ਇਸ 17ਵੀਂ ਵਾਰ ਦੀ ਪਹਿਲੀ ਪੌੜੀ ਵਿੱਚ ਸਾਨੂੰ ਇਹ ਸਮਝਾਇਆ ਹੈ ਕਿ ਜੇ ਤੂੰ ਇੱਥੇ ਸਮੁੰਦਰ ਵਿੱਚ ਆ ਗਿਆ ਨਾ, ਗੁਰੂ ਦੀ ਚਰਨ ਸ਼ਰਨ ਵਿੱਚ, ਕਿਤੇ ਸੰਖ ਵਾਂਗੂ ਖਾਲੀ ਨਾ ਰਹਿ ਜਾਵੀਂ। ਗੁਰੂ ਦਾ ਉਪਦੇਸ਼ ਸੁਣ ਕੇ ਇਹਨੂੰ ਧਾਰਨ ਕਰਨਾ ਹੈ ਆਪਣੇ ਜੀਵਨ ਵਿੱਚ, ਸੋ ਤਾਂ ਹੀ ਤੇਰਾ ਇਹ ਜੀਵਨ ਸਫਲ ਹੈ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਸਾਧ ਸੰਗਤ ਗੁਰ ਸ਼ਬਦ ਸੁਣ, ਗੁਰ ਉਪਦੇਸ਼ ਨ ਹਿਰਦੈ ਵਸਾਏ, ਨਿਹਫਲ ਅਹਿਲਾ ਜਨਮ ਗਵਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ